प्रभ नानक बंदन छोर। कृपा करहो दीन के दाते। मेरा गुण अवगुण ना विचारो कोई। माटी का क्या तो पै स्वामी, मानस की गत एही। बदबख्त हम चूं बखील गाफिल, बेनजर बेबाक। नानक बुगोयत जन तुरा, तेरे चाकरां पाखाक। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਪਰਮ ਸਨਮਾਨਯੋਗ ਸਤਸੰਗੀ ਜਨੋ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਤਿਲੰਗ ਰਾਗ ਦੇ ਵਿੱਚ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਅੰਮ੍ਰਿਤ ਬਾਣੀ, ਧੁਰ ਕੀ ਬਾਣੀ, ਖਸਮ ਕੀ ਬਾਣੀ, ਇਸ ਬਾਣੀ ਨੂੰ ਹੁਕਮ ਰੂਪ ਦੇ ਵਿੱਚ ਸਰਵਣ ਕੀਤਾ ਹੈ। ਔਰ ਤਿਲੰਗ ਰਾਗ ਦੀ ਲੜੀਆਂ ਦੇ ਧੰਨ ਗੁਰੂ ਨਾਨਕ ਸਾਹਿਬ ਦੇ ਸ਼ਬਦ ਬੜੇ ਕੀਮਤੀ ਨੇ। ਪਹਿਲਾ ਸ਼ਬਦ ਹੈ ਯਖ ਅਰਜ਼ ਗੁਫਤਮ ਪੇਸ਼ ਤੋ ਦਰਗੋਸ ਕੁਨ ਕਰਤਾਰ। ਦੂਜਾ ਸ਼ਬਦ ਹੈ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੇਵਾਨਾ ਭਇਆ ਅਤੀਤ। ਤੀਜਾ ਸ਼ਬਦ ਆਪ ਜੀ ਨੇ ਹੁਕਮ ਰੂਪ 'ਚ ਸਰਵਣ ਕੀਤਾ, ਇਹ ਤਨ ਮਾਇਆ ਪਾਹਿਆ ਪਿਆਰੇ। ਚੌਥਾ ਸ਼ਬਦ ਹੈ ਇਹ ਆਨੜੀਏ ਮਾਨੜਾ ਕਾਇ ਕਰੇ, ਆਪਨੜਾ ਘਰ ਹਰ ਰੰਗੋ ਕੀ ਨਾ ਮਾਨੇ। ਅਗਲਾ ਸ਼ਬਦ ਹੈ ਜੈਸੀ ਮੈਂ ਆਵੈ ਖਸਮ ਕੀ ਬਾਣੀ। ਇਹ ਸਤਿਗੁਰ ਜੀ ਦੇ ਇਹਨਾਂ ਸ਼ਬਦਾਂ ਦੀ ਲੜੀ ਹੈ ਔਰ ਬਹੁਤ ਕੀਮਤੀ ਸ਼ਬਦ ਨੇ। ਔਰ ਆਪ ਜੀ ਨੇ ਇਹ ਜਿਹੜੇ 5 ਸ਼ਬਦਾਂ ਦੀ ਲੜੀ ਸਰਵਣ ਕੀਤੀ ਹੈ, ਇਹਨਾਂ 5 ਸ਼ਬਦਾਂ ਦੀ ਲੜੀ ਦੇ ਵਿੱਚੋਂ ਅੱਜ ਦਾ ਹੁਕਮਨਾਮਾ ਤੇ ਨਾਲ ਲੱਗਦੇ 4 ਸ਼ਬਦਾਂ ਨੂੰ, ਕਿਉਂਕਿ ਇਸ ਤੋਂ ਉਪਰੰਤ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਬਦ ਹੈ, ਉਸ ਤੋਂ ਉਪਰੰਤ ਧੰਨ ਗੁਰੂ ਅਰਜੁਨ ਸਾਹਿਬ ਜੀ ਦਾ, ਜਿਹਦੇ ਵਿੱਚ ਮਹਾਰਾਜ ਜੀ ਕਹਿੰਦੇ ਹੈ ਕਿ ਖਾਕ ਨੂਰ ਕਰਦਮ ਆਲਮ ਦੁਨੀਆਏ, ਅਸਮਾਨ ਜ਼ਿਮੀ ਦਰਖਤ ਆਬ ਪੈਦਾਇਸ਼ ਖੁਦਾਏ, ਬੰਦੇ ਚਸ਼ਮ ਦੀ ਦੰਗ ਫਨਾਏ। ਜੋ ਸ਼ਬਦ ਗੁਰੂ ਨਾਨਕ ਸਾਹਿਬ ਦਾ ਪਹਿਲਾ ਤਿਲੰਗ ਰਾਗ ਦਾ ਹੈ ਕਿ ਯਖ ਅਰਜ਼ ਗੁਫਤਮ ਪੇਸ਼ ਤੋ ਦਰਗੋਸ ਕੁਨ ਕਰਤਾਰ, ਉੱਥੇ ਜ਼ਿਕਰ ਕਰ ਦਿੱਤਾ ਜਨ ਪਿਦਰ ਪਸਰ ਬਿਰਾਦਰਾਂ ਕਸਨੇਸ ਦਸਤੰਗੀਰ। ਤੇ ਇੱਥੇ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਤਿਲੰਗ ਰਾਗ ਦੇ ਪਹਿਲੇ ਸ਼ਬਦ ਵਿੱਚ ਕਹਿ ਰਹੇ ਹੈ ਕਿ ਯਾਦ ਰੱਖਿਓ ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਕ ਖਾਨਾਏ, ਜਬ ਇਜ਼ਰਾइल ਬਸਤਨੀ ਤਬ ਚੇਕਾਰੇ ਬਿਦਾਏ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਕਹਿ ਰਹੇ ਕਿ ਯਾਦ ਰੱਖਿਓ ਕਿ ਜਨ ਪਿਦਰ ਪਸਰ ਬਿਰਾਦਰਾਂ ਕਸਨੇਸ ਦਸਤੰਗੀਰ, ਆਖਰ ਬੇਅਫਤਮ ਕਸ਼ਨਾ ਦਾਰਤ ਚੂੰ ਸ਼ਬਦ ਤਕਬੀਰ। ਦੋਨੋਂ ਸ਼ਬਦਾਂ ਦੇ ਵਿੱਚ ਅਜ਼ਰਾਇਲ ਫਰਿਸ਼ਤੇ ਦਾ ਜ਼ਿਕਰ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਯਖ ਅਰਜ਼ ਗੁਫਤਮ ਪੇਸ਼ ਤੋ ਦਰਗੋਸ ਕੁਨ ਕਰਤਾਰ, ਹਕਾ ਕਬੀਰ ਕਰੀਮ ਤੁਮ ਬੇ ਐ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਤੇ ਗੁਰੂ ਅਰਜੁਨ ਸਾਹਿਬ ਜੀ ਕਹਿੰਦੇ ਹੈ ਖਾਕ ਨੂਰ ਕਰਦਮ ਆਲਮ ਦੁਨੀਆਏ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੈ ਮਮਸਰ ਮੂਏ ਇਜ਼ਰਾइल ਗਿਰਫਤ ਹੈ, ਦਿਲ ਹੇਚ ਨਾ ਦਾਨੀ। ਧੰਨ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਕਹਿੰਦੇ ਹੈ ਜਬ ਅਜ਼ਰਾइल ਬਸਤਨੀ
ਤਬਜੇ ਕਾਰੇ ਬਦਾਏ। ਇਹ ਹਲੂਣਾ ਹੈ ਇਹਨਾਂ ਸ਼ਬਦਾਂ ਦੇ ਵਿੱਚ। ਔਰ ਸਤਿਗੁਰ ਜੀ ਨੇ ਇਸੀ ਲੜੀ ਦੇ ਵਿੱਚ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ। ਪਾਪ ਕੀ ਜੰਝ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇ ਲਾ ਲੋ। ਇਹ ਭਾਵੇਂ ਕਿ ਉਸ ਸਮੇਂ ਬਾਬਰ ਦੇ ਹਮਲੇ ਦਾ ਜ਼ਿਕਰ ਇਹਦੇ ਵਿੱਚ ਥੋੜਾ ਥੋੜਾ ਸਤਿਗੁਰ ਜੀ ਨੇ ਕੀਤਾ, ਪਰ ਜਿੱਥੇ ਬਾਬਰ ਦੇ ਹਮਲੇ ਦਾ ਜ਼ਿਕਰ ਕੀਤਾ ਤੇ ਸਤਿਗੁਰ ਜੀ ਨੇ ਇੱਕ ਗੱਲ ਇਸ ਦੱਸ ਦਿੱਤੀ ਕਿ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵਖ ਇਕੇਲਾ। ਕਿ ਯਾਦ ਰੱਖਿਓ, ਜਿਨੇ ਇਹ ਸ੍ਰਿਸ਼ਟੀ ਉਪਾਈ ਹੈ ਉਹਦਾ ਹੀ ਇਹ ਰੰਗ ਹੈ, ਤੇ ਉਹ ਬੈਠ ਕੇ ਵੇਖ ਰਿਹਾ। ਸੱਚਾ ਸੋ ਸਾਹਿਬ ਸੱਚ ਤਬਾਵਸ, ਸੱਚੜਾ ਨਿਆਉ ਕਰੇਗ ਮਸੂਲਾ। ਅੰਤ ਵਿੱਚ ਉਹਦਾ ਨਿਆਉ ਹੁੰਦਾ ਹੈ। ਬਾਬਰ ਵਰਗੇ ਵੀ ਇੱਥੋਂ ਚਲੇ ਜਾਣਗੇ ਤੇ ਉਹਨਾਂ ਦੀਆਂ ਪੁਸ਼ਤਾਂ ਦਾ ਕੁਲਾਂ ਦਾ ਨਾਸ਼ ਵੀ ਹੋ ਜਾਏਗਾ, ਪਰ ਨਾਮ ਜਪਣ ਵਾਲੇ ਜਿੰਨੇ ਵੀ ਇਸ ਧਰਤੀ ਤੇ ਬੈਠੇ ਨੇ, ਭਾਵੇਂ ਉਹ ਕਬੀਰ, ਭਾਵੇਂ ਸਦਨਾ, ਭਾਵੇਂ ਸੈਣ, ਭਾਵੇਂ ਰਵਿਦਾਸ, ਭਾਵੇਂ ਫਰੀਦ ਸਾਹਿਬ, ਭਾਵੇਂ ਨਾਮਦੇਵ, ਭਾਵੇਂ ਧੰਨਾ, ਤੇ ਭਾਵੇਂ ਇਸ ਧਰਤੀ ਤੇ ਰਵਿਦਾਸ ਵਰਗੇ ਜਾਂ ਇਸ ਧਰਤੀ ਤੇ ਸੂਰਦਾਸ ਵਰਗੇ ਹੋਏ ਨੇ, ਉਹ ਸਦਾ ਹੀ ਜਿਉਂਦੇ ਰਹਿਣਗੇ। ਕਿਉਂਕਿ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਇਸ ਸ਼ਬਦ ਦੇ ਵਿੱਚ ਇਹ ਦੱਸਿਆ ਕਿ ਜਿਹਦੇ ਅੰਦਰ ਬੰਦਗੀ ਦਾ ਨਾਮ ਲੱਗ ਜਾਏ, ਨਾ ਉਹ ਕਦੀ ਮੈਲਾ ਹੁੰਦਾ, ਨਾ ਉਹ ਕਦੀ ਪੁਰਾਣਾ ਹੁੰਦਾ, ਨਾ ਕਦੀ ਉਹਦਾ ਚੇਤਾ ਜਾਂ ਉਸ ਚੀਜ਼ ਦੀ ਗੁਣਾਂ ਵਾਲੀ ਬਿਰਤੀ ਨੂੰ ਕੋਈ ਵਿਸਰ ਸਕਦਾ? ਕੋਈ ਨਹੀਂ ਵਿਸਰ ਸਕਦਾ। ਜਿਨੇ ਖੂਨ ਕੇ ਸੋਹਲੇ ਗਾਏ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਖੂਨ ਕੇ ਸੋਹਲੇ ਗਾਵਹਿ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਰਤ ਲਹੂ, ਕੁੰਗੂ ਕਹਿੰਦੇ ਕੇਸਰ। ਕਹਿੰਦੇ ਇਹਦਾ ਕੀ ਮਤਲਬ ਹੈ? ਇਹ ਖੂਨ ਕੇ ਸੋਹਲੇ ਕਿਉਂ ਹੋਇਆ? ਧੰਨ ਗੁਰੂ ਨਾਨਕ ਸਾਹਿਬ ਨੇ ਦੇਖਿਆ ਸੀ ਸਾਰੇ ਪਾਸੇ ਤਬਾਹੀ ਕਰਨ ਵਾਲੇ ਬਾਬਰ ਦੀਆਂ ਫੌਜਾਂ, ਸਭ ਨੇ ਇਹੀ ਤੇ ਮਹਾਰਾਜ ਜੀ ਨੇ ਕਿਹਾ ਸੀ ਕਿ ਇਹ ਕੀ ਹਾਲ ਹੋ ਗਿਆ, ਕਿ ਕੂੜ ਦਾ ਇਹ ਅਮਾਵਸ ਕਿੱਥੋਂ ਫੈਲ ਗਿਆ? ਸੱਚ ਦਾ ਚੰਦਰਮਾ ਤੇ ਦਿਸਦਾ ਹੀ ਨਹੀਂ। ਇੱਕ ਹੈ ਧੱਕੇ ਕਰਕੇ ਆਪਣਾ ਨਾਮ ਕਰਾਉਣ ਵਾਲਾ। ਯਾਦ ਰੱਖਿਓ, ਬਾਬਰ ਸੀ ਮੈਂ ਧੱਕਾ ਕਰਾਂ ਤੇ ਆਪਣਾ ਨਾਮ, ਆਪਣਾ ਕਬਜ਼ਾ ਸਾਰੀ ਧਰਤੀ ਤੇ ਕਰਾਵਾਂ। ਪਰ ਮਹਾਰਾਜ ਜੀ ਨੇ ਇੱਕ ਗੱਲ ਕਹਿਤੀ ਕਿ ਇੱਕ ਗੱਲ ਸੁਣ ਲਿਓ ਕਿ ਇਸ ਧਰਤੀ ਤੇ ਜਿਹੜਾ ਧੱਕਾ ਕਰਨ ਵਾਲਾ ਆਇਆ, ਸ਼ਰਮ ਧਰਮ ਦੋਏ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾ ਲੋ। ਜਿਹੜਾ ਕੂੜ ਨੂੰ ਪ੍ਰਧਾਨ ਲੈ ਕੇ ਤੁਰੇਗਾ, ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ। ਜੇ ਉਹ ਸੋਚਦਾ ਮੈਂ ਜਿੱਤ ਜਾਵਾਂਗਾ, ਮੈਂ ਧਰਤੀ ਤੇ ਕਬਜ਼ਾ ਕਰ ਲਾਂਗਾ, ਮਹਾਰਾਜ ਕਹਿੰਦੇ ਉਹ ਬਿਲਕੁਲ ਨਹੀਂ ਰਹਿਣ ਵਾਲਾ। ਉਹ ਬਿਲਕੁਲ ਅਗਦ ਪੜਾ ਸ਼ੈਤਾਨ ਵੇ ਲਾ ਲੋ ਹੈ। ਉਹਦੀ ਸ਼ੈਤਾਨੀ ਨੂੰ, ਉਹਦੇ ਪਾਪਾਂ ਨੂੰ ਦੇਖ ਕੇ ਦੁਨੀਆ ਦੇ ਲੋਕ ਖੂਨ ਕੇ ਸੋਹਲੇ ਹੀ ਗਾਣਗੇ, ਹਾਏ ਹਾਏ ਹੀ ਕਰਨਗੇ, ਤੋਬਾ ਤੋਬਾ ਹੀ ਕਰਨਗੇ। ਪਰ ਇੱਕ ਐਸਾ ਬੰਦਾ, ਇੱਕ ਐਸਾ ਭਗਤ ਜਿਹਨੂੰ ਦੁਨੀਆ ਦੇ ਲੋਕ ਜੀਣ ਨਹੀਂ ਦਿੰਦੇ, ਪਰ ਉਹ ਕਹਿੰਦਾ ਹੈ ਕਿ ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾਇਆ। ਇੱਕ ਐਸਾ ਭਗਤ ਜਿਹਨੂੰ ਦੁਨੀਆ ਦੇ ਲੋਕ ਕਹਿੰਦੇ ਕਿ ਤੇਰੀ ਇੱਥੇ ਥਾਂ ਨਹੀਂ ਹੈ, ਤੂੰ ਬਨਾਰਸ ਦੀ ਧਰਤੀ ਛੱਡ ਕੇ ਹੜੰਬੇ ਜਾ, ਉੱਥੇ ਜਾ ਕੇ ਮਰ, ਇੱਥੇ ਨਾ ਮਰ। ਤੇ ਉਹ ਕਹਿੰਦਾ ਠੀਕ ਹੈ, ਤੁਹਾਨੂੰ ਲੱਗਦਾ ਜੇ ਮੈਂ ਇੱਥੇ ਨਹੀਂ ਮਰਦਾ, ਮੈਂ ਹੜੰਬੇ ਜਾ ਕੇ ਮਰਾਂਗਾ ਤੇ ਨਰਕਾਂ 'ਚ ਜਾਵਾਂਗਾ, ਮੈਂ ਚਲਾ ਜਾਣਾ। ਕਬੀਰ ਸਾਹਿਬ ਚਲੇ ਵੀ ਗਏ। ਜਿਨ੍ਹਾਂ ਲੋਕਾਂ ਨੂੰ ਨਾਮ ਕਰਕੇ ਜਿਉਣ ਨਹੀਂ ਦਿੱਤਾ, ਨਾਮਦੇਵ ਨੂੰ ਮੰਦਰ ਅੰਦਰ ਵੜਨ ਨਹੀਂ ਦਿੱਤਾ, ਉਹ ਕਹਿੰਦਾ ਠੀਕ ਹੈ ਤੁਸੀਂ ਨਹੀਂ ਵੜਨ ਦੇਣਾ, ਮੈਂ ਮੰਦਰ ਦੇ ਬਾਹਰ ਬੈਠ ਕੇ ਉਹਨੂੰ ਚੇਤੇ ਕਰ ਲੈਣਾ। ਜਿਹੜੇ ਪਾਸੇ ਨਾਮਦੇਵ ਬੈਠਾ, ਦੁਨੀਆ ਦੇ ਲੋਕ ਉਹਦੇ ਕੀ ਚੰਗੇ ਸੋਇਲੇ ਗਾਣਗੇ। ਕਹਿੰਦੇ ਰੱਬ ਵੀ, ਕਹਿੰਦੇ ਜੇ ਉਸ ਮੰਦਰ ਦਿਵਾਲਿਆਂ ਦੇ ਵਿੱਚ ਜਿਹਨੂੰ ਲੋਕੀ ਰੱਬ ਮੰਨਦੇ ਨੇ, ਕਹਿੰਦੇ ਉਹ ਦੇਹੁਰਾ ਫਿਰੈ, ਉਹ ਵੀ ਫਿਰ ਜਾਂਦਾ ਉਹਦੇ ਵਾਲੇ ਪਾਸੇ।
याद रखियो अज दे शब्द का निचोड़ ये है, ये पंजे शब्द की लड़ी चल रही है। पर महाराज जी ने कहा जिन्हें अंदर सच्चा रंग ला लिया, सच्चा रंग, फिर ओ हस्त खेलत तेरे देहोरे आया, भगत करत नामा पकर उठाया, हीनरी जात मेरी जादम राया, छिपे कै जन्म काहे को आया, ज्यों ज्यों नामा हर गुण उचरै, भगत जना को देहोरा फिरै। जिन्हां ने कतलो गारत की, सतगुरु जी कहते वो भावें अज आण ते भावें बाद च आण, वो शैतान ने, उन्हां कोल जमीनां दे कब्जे होण, उन्हां कोल फौजां होण, वली नियामत बिरादरां दरबार मिल्क खानाए जिन्ना कुछ मर्जी होए, जब अजराइल बस्तनी तब जयकारे बधाए, पर उन्होंने जम सिर दे विच डंडे मार के लैके जाएगा, रहिंदी धरती तक उन्हां दा खुरा खोज नहीं रहेगा। पर जिन्हें इत्थे बैठ के सच्चे नाम दे विच मन जोड़ लिया, रहिंदी धरती तक दुनिया दे लोग जिस थां ते वो बैठा है उस थां दी खाक अपने मस्तक ते लाणगे। यह है अंदर दा सच्चा रंग, यह है जिंदगी जीउण दी दात, धक्का नहीं। ते जिन्हें जप लिया, महाराज कहते हाँ कुर्बाना जाऊं मेरवाना, हाँ कुर्बाना जाऊं, हाँ कुर्बाना जाऊं तिना कै लैण जो तेरा नाम। आओ जी अज कुर्बान जाइए, इन्हां ही सारे पंजां शब्दां दी लड़ी नूं विचारीए कि सतगुरु जी हर एक लड़ी दे विच की समझाउणा चाहुंदे है। सतगुरु जी ने किरपा की हुक्मनामा अजे आया, पर नाल लगदे शब्दां दे भी दर्शन करिए जी, क्योंकि ये शब्द अक्सर नहीं आउंदे हुक्मनामे विच। भाओ तेरा भांग ये शब्द हुक्मनामे दा नहीं बनता, कई बार अक्सर नहीं बनता, क्योंकि हुक्मनामे की जिहड़ी यूनीवर्सल मर्यादा है उही मर्यादा कायम रहेगी। उहाँ गुरु का सिख जद मर्जी इन्हां दी विचार करे। इस तो अगला शब्द इयानड़िए मानड़ा काय करे। महाराज जी बाबर नूं भी ये समझा रहे किहड़ा मान तू लैके तुरया फिरदा है, जे रंग लाउणा है, जे अपना नाम कराउणा है, आपनड़ा घर हर रंगो की ना माणे, ऐ नहीं होएगा। ऐ खुदा परस्ती नहीं फलाई जा सकती। खुदा परस्ती जे फलाई है तो उन्हें फलाई है जिन्हें क्या दिलो मुहब्बत जिन सही सचिया, जिन मन होर मुख होर से कांडे कचिया। गज बज के गुरु बख्शी फतेह सांझी करो। आखो जी वाहिगुरु जी का खालसा, वाहिगुरु जी की फतेह। धन सतगुरु श्री गुरु नानक साहब महाराज जी अपनियां उदासियां च जिस वेले तुरे ने, क्योंकि ये सारे शब्द कोई एक शब्द ऐसा नहीं है जिहड़ा परथाई साखी ना होए। गुरु नानक साहब दे पंजां शब्द परथाई साखी है। पहला शब्द जिहड़ा है रेखता है, रेखता बोली है। इस रेखता का मतलब है उर्दू, अरबी, फारसी, इन्हां तिन्नां भाषावां का मिश्रण है। इहदे विच अरबी भाषा के भी लफ्ज़ ने, फारसी के भी लफ्ज़ ने, ते उर्दू भी है। इहदे विच इन्हां तिन्नां बोलियां दे मिलाप नूं रेखता आखिया जांदा है। जिस तरह गुरु ग्रंथ साहब जी की बाणी दे विच असीं सहस्कृति पढ़ते हैं ना, उन्होंने संस्कृत नहीं पढ़ते, वो कल्ली संस्कृत नहीं है, वो सहस्कृत है। जिथे उहदे विच संस्कृत है उहदे विच पाली भाषा भी है, उहदे विच प्राकृत भी है। वो तिन्नां बोलियां दा मिश्रण है, खास करके संस्कृत ते प्राकृत बोली दा, प्राकृत भाषा दा। तां वो बाणी महंगी है। जिन्हों महाराज जी जन्मंग त मरणंग, हरखंग त सोखंग, रोगंग त भोगंग, जां पाचंग क्रोध अग्रणी बाह, निरासंग आसपूर्ण है, निर्धनंग भयंग तनवंत है, रोगियंग रोग खंडन है। ये सारी इकल्ला संस्कृत नहीं है, प्राकृत का भी इहदे विच मिश्रण है। पर जिहड़ी गाथा है वो सिर्फ प्राकृत ते पाली दे विच है, वो दो बोलियां दे विच है। ये सतगुरु जी जिस वेले मक्के मदीने की उदासी वाल तुरे ने, ज़्यादातर विद्वान ये कहते हैं कि ये शब्द सतगुरु जी का उस वेले का उचारिया होया। पर यह शब्द धन गुरु नानक साहब महाराज जी ने, भावें कोई काजी है, मुला है, भावें वो मक्के मदीने बैठा है, तो भावें वो
लखनऊ की धरती ते है, भावें कोई हैदराबाद है, तो भावें कोई वो असम की धरती ते बैठा है, तो भावें वो दिल्ली के तखत उत्ते बैठा है, गुरु नानक साहब महाराज जी का ये शब्द हर उस मुसलमान लई है जिहड़ा रब की प्राप्ति करना चाहुंदा है, पर कल्ला मुसलमान नहीं। ये याद रखियो, धन गुरु ग्रंथ साहब महाराज जी का जिहड़ा ये शब्द है, कुरान दे विच भी इहो जिहियां गल्लां कट्ठियां नहीं लिखियां होईयां जिहड़ा गुरु नानक साहब ने एक शब्द विच लिख दिता। मुसलमान की परिभाषा कुरान दे विच या कुरान नूं छड्ड के हदीसां दे विच मैं नहीं पढ़ी कि जिन्ना भी वाच्य है कि जो इस शब्द विच सतगुरु जी ने लिख दिता। पहली गल, 5 वक्त दियां नमाज़ां एक मुसलमान की रहत है, अदा करनी शरा है, पर जिहड़ी सब तो पहली नमाज है ना, सवेरे वाली, जिन्हों आपां अमृत वेला कहने हैं, वो नमाज 1 to 1 होंदी है। वो नमाज किसी नाल बैठ के नहीं अदा की जाती। हाँ, जुम्मे वाले दिन मुसलमान 1 बजे वाली नमाज सारे मसीतां च जाके इकट्ठे पढ़ते हैं, जी जुम्मा है इकट्ठे पढ़ांगे, ये शरा है उन्हां दी। पर जिहड़ी रोज़ दी सवेर दी नमाज है, उस नमाज की मर्यादा है कल्ले पढ़न दी। और गुरु के सिख का जिहड़ा नेम है ना रोज़ का, वो भी सिख रोज़ का नेम सिख का अपने आप दे नाल ही है, वखरा नहीं है। गुरु नानक साहब कहते, गुरु के सिखा तू अमृत वेले उठदा है, तू सीधा खुदा दे नाल गल कर, परमात्मा नाल गल कर। नहीं जे ये वाला पैर लंघ गया ना, जे ये वाला समा लंघ गया, महाराज जी कहते दूजा बहुता राह मन कियां मतियां खिंडियां। पहला पैर टप्पण दी देर है, दूजा पैर चढ़न दे, कहते मन दे अंदर तरलो मची मच जाएगी, मत दे अंदर बस मन कियां मतियां खंडियां। कहते फिर तीजे दा सुन, कहते फिर ढिड अंदरों चीकां मारेगा, कुछ पा कुछ पा। फिर चौथे दा सुनो, कहते दुनिया दे सारे विकार चिंबड़ जाणगे। इस करके बंदगी दा समा है साबाही साला, जिनी ध्याया एक मन सही पूरे शाह, वक्ते ऊपर लड़ मुए। जिन्हें वो समा पहले पैर दा सांभ लिया ना, फिर वो कहते यख अर्ज गुफ्तम पेश तो, वो दुनिया के लोगों के अगे तरले नहीं करनगे जिन्होंने पहला पैर सांभ लिया। वो दुनिया के लोगों अगे झोलियां नहीं अड्डणगे जिन्होंने ये समा सांभ लिया। वो कदी किसे अगे हाथ फैला के ये नहीं कहणगे दे दे, जिन्हें खुदा दे अगे हाथ फैला ले ते कहता कि मेरे खुदा मेरी अर्ज तेरे अगे है, तू सब नूं देण वाला है ते मैनू भी दे। महाराज ये कहंदे पहले शब्द दे विच यख, यख कहंदे एक, क्योंकि उन्हां दा जिहड़ा लफ्ज़ चलदा है अलफ बे पे ते टे से जीम चेहे खे दाल डाल जाल रे अड़े जे ये जीन शीन, ये सारा कुछ है। इनू कहंदे खरूफे तहजी। खरूफे तहजी की शुरुआत होंदी है अलफ तो। वो एक नहीं कहंदे, वो कहंदे अलिफ। ते अलफ वास्ते जिहड़ा लफ्ज़ वरतिया है ना, अलफ कहंदे एक। अलफ लफ्ज़ है अल्लाह दे लई, अल्लाह एक है ते उन्हां दा एक भी अलफ तो शुरू होंदा है। ते उस अल्लाह बारे की कहंदे है, वो जिहड़ा अलफ है अल्लाह, उन्होंने जे कोई बयान करन लगे तो बयान नहीं करेगा, उहदे लई भी अलफ तो लफ्ज़ लिया है, वो अल्लाह आफरीन है। वो आफरीन है कि जिदी तारीफ कोई जान के भी नहीं कर सकता। कोई ये जाने कि वो खुदा किस तरह का है। गुरु नानक साहब कहते वो परवरदिगार बारे जान के भी वो इंसान कुछ नहीं जान सकता, इसलिए उहदे लई लफ्ज़ ही आफरीन है। जिन्हों गुरु अर्जुन साहब जी महाराज जी मुश्ताक लफ्ज़ वरतते हैं, नैन पसंदो सोए पेख मुश्ताक पई। मैं वेख तां लिया उस वाहिगुरू नूं, पर मेरे लिए वो आफरीन है, मैं दस नहीं सकते। करते कुदरती मुश्ताक, मैं देखते लिया है, पर मेरे लिए ओदी कुदरत मुश्ताक है, बहुत सोहनी है। मैं जानदा किहो जिहा है,
पर मैं किवें दसां। मीरा दाना दिल सोच, मुहब्बते मन तन बसै, सच शाह बंदी मोच। मैं वेख ते लिया, दीद ने दीदार साहिब, कच नहीं इसका मुल। पर मैं दसा किवें, किहड़े लफ्जां दे नाल ओहदा मुल पावां कि किवें है वो। कछ नहीं इसका मोल, पाक परवदगार तू खुद खसम वड्डा, अतोल आफरीन है, अतोल है। ते गुरु नानक साहब कहते गुरु के सिखो, गुरु नानक साहब कहते अपने आप नूं पंडित कहण वाले हो, गुरु नानक साहब कहते अपने आप नूं सच्चा मुसलमान कहण वाले हो। दूसरियां ते कुफर ना ढाओ, दूसरियां ते धक्का ना करो, तुसी उस खुदा अगे बेनती करो। यख अर्ज गुफ्तम पेश तो दरगोस, गोस कहते कन नूं, तेरे दर ते मैं आया, ए खुदा परवदगार वाहिगुरू सच्चे पातशाह, अपना कन कर ते मैं तेरे कन ते एक गल करा। दरगोश कुन करतार, मैं एक गल करनी है मेरे करतार। की गल करन आया खुदा कहंदा, हका कबीर करीम तू बेऐब परवतकार। खुदा कहंदा मैनू ये दसन आया कि मैं ये हाँ। कहंदे हाँ मैं ये दसन आया कि तू हक सच दा मालक है। हका तू बहुत वड्डा है। कबीर तू पापियां ते भी रहम करन वाला है। करीम रहम करन वाला। ते मैं पापां दा भरिया ते तू प्रभु बेऐब, मैं एक भी ऐब नहीं लभ सकदा जिहड़ा तुहाडे विच है। परवदगार तू वड्डियां वड्डियां पर्वतां नूं सिरजण वाला है ते सिरज के भी कदी माण नहीं कीता, मैं सब कुछ बनाया। ते फिर मैं कौन हाँ? दुनिया मुकामे फानी तहकीक दिलदानी। मैं उन्हां लोकां दे विच बैठा जिन्हां ने फना हो जाना है ते मैं भी फना हो जाना है। दुनिया दा अंतम मुकाम फना है, दुनिया ने मरना है, ये मैनू समझ नहीं आ रहा। मम सर, मम कहंदे वाल, सिरां दे वालां नूं खिच के लैके जाएगा। मम सर मुए, इजराइल गिरफ्त हैं। जद इजराइल आएगा इत्थे नहीं कहेगा हाँ असी आ गए करो तैयारी। कहंदे जिन्ने मैं पाप कीते ने, मौत दा फरिश्ता मैनू सीधा वालां तो फड़ के खिच के लैके जाएगा। वो कोई गलबात नहीं सुनेगा मेरी, जो मैं ऐब कर चुका। गुरु नानक साहब ये गल करदे कि मैं कदी तहकीकात नहीं की अपने दिल की। दुनिया मुकामे फानी तहकीक, तहकीक का मतलब है तहकीकात कर। कबीर साहब यही कहते बंदे जपो जी बंदे, खोज दिल हर रोज तहकीकात कर। पर जेड़े कतलो गारत कर रहे हैं, जेड़े रोज खून के सोहले गावे नानक, उन्होंने कदी तहकीकात थोड़ी की होएगी। पर जिन्हें तहकीकात की है, गुरु नानक साहब ओदे घर घर ओदी कुटिया ओदे स्थान ते जाके गए ने। कहंदे मैं आया, जे कोई खुदा दी गल है तो लिया मैनू दे, मैं पूरी दुनिया नू दसांगा। इनू क्या भाओ तेरा भांग, खलड़ी मेरा चीत। मैं उस खुदा दा डर लैके आया, ये तहकीकात करो। गुरु नानक साहब कहंदे तहकीकात मन दे अंदर ओदा डर पैदा करेगी, ओदा अदब पैदा करेगी। जे जाना मर जाइए, घूमना आई है, झूठी दुनिया लगना आप वंजाई है। एक सूरमे नू एक फकीर ने कहा तू कल मर जाना है। सूरमा कहंदा मैनू मारन वाला कौन है, किहड़ा जम पिया मैनू मारन वाला। कहंदे बंदा जिन्ना मर्जी ताकतवर हो जाए, मारन वाला वो खुदा ही है, जिहड़ा ना कदी जमदा है ते ना कदी मरदा है। कहंदे जिन्ने तैनू सिरजिया, फकीर कहंदा जिन्ने तैनू सिरजिया उही कल तैनू मारेगा। ते सूरमा कहंदा किसी दी हिम्मत नहीं है मैनू मारन दी। कहंदा तू की करेगा? सूरमा कहंदा मैनू पता है मैं की करना है।
ਸੂਰਮੇ ਨੇ ਹਿਸਾਬ ਜਿਹਾ ਲਾਇਆ, ਕਹਿੰਦੇ ਜਦ ਜੰਗਾਂ ਹੁੰਦੀਆਂ ਦੁਸ਼ਮਣ ਪਿੱਛੇ ਪੈਂਦੇ ਆ ਤੇ ਇੱਕੋ ਹੀ ਕੰਮ ਹੈ, ਜਾਂ ਟਾਕਰਾ ਕਰ ਲਓ ਜਾਂ ਭੱਜ ਜਾਓ। ਟਾਕਰਾ ਮੈਂ ਕਰ ਨਹੀਂ ਸਕਦਾ, ਮੈਨੂੰ ਪਤਾ ਨਹੀਂ ਕਿੱਥੋਂ ਆ ਰਿਹਾ, ਮੈਂ ਭੱਜ ਜਾਣਾ, ਮੈਨੂੰ ਕੌਣ ਮਾਰੇਗਾ, ਮੈਂ ਇੱਥੋਂ ਚਲਾ ਹੀ ਜਾਣਾ। ਸਾਰੀ ਰਾਤ ਤੇ ਸਾਰਾ ਦਿਨ ਘੋੜਾ ਭਜਾਉਂਦਾ ਰਿਹਾ, ਭਜਾਉਂਦਾ ਰਿਹਾ। ਕਈ 100 ਮੀਲ ਜੰਗਲਾਂ ਦੇ ਜੰਗਲ, ਪਹਾੜ ਦੇ ਪਹਾੜ, ਸ਼ਹਿਰਾਂ ਦੇ ਸ਼ਹਿਰ ਟੱਪ ਗਿਆ। ਜਦ ਘੋੜਾ ਬਿਲਕੁਲ ਥੱਕ ਗਿਆ ਨਾ ਕਿ ਇੱਕ ਕਦਮ ਨਾ ਅੱਗੇ ਲੰਘੇ, ਜਦ ਘੋੜਾ ਬਿਲਕੁਲ ਰੁਕ ਗਿਆ, ਫਿਰ ਕਹਿੰਦਾ ਹੁਣ ਮੈਨੂੰ ਕੋਈ ਨਹੀਂ ਮਾਰ ਸਕਦਾ। ਘੋੜੇ ਦੀ ਵੀ ਬੱਸ ਹੋ ਗਈ ਹੈ, ਹੁਣ ਮੈਨੂੰ ਕੋਈ ਨਹੀਂ ਮਾਰ ਸਕਦਾ। ਸਾਹ ਲੈਣ ਲਈ ਇੱਕ ਰੁੱਖ ਦੇ ਥੱਲੇ ਬੈਠਾ ਤੇ ਉਸ ਰੁੱਖ ਦੇ ਉੱਤੇ ਅਜ਼ਰਾਈਲ ਫਰਿਸ਼ਤਾ ਬੈਠਾ ਸੀ, ਜਿਹਦਾ ਗੁਰੂ ਨਾਨਕ ਸਾਹਿਬ ਜੀ ਜ਼ਿਕਰ ਕਰ ਰਹੇ। ਬਸ ਉਹ ਬੈਠਣ ਦੀ ਦੇਰ ਸੀ, ਉਸ ਫਰਿਸ਼ਤੇ ਨੇ ਰੁੱਖ ਤੋਂ ਬਾਹ ਕੱਢ ਕੇ ਉਹਨੂੰ ਵਾਲਾਂ ਤੋਂ ਹੀ ਖਿੱਚ ਲਿਆ। ਕਹਿੰਦੇ ਤੂੰ ਕੌਣ? ਕਹਿੰਦੇ ਮੈਂ ਤੇ ਕੱਲ ਦਾ ਬੈਠ ਕੇ ਇੰਨਾ ਚਿੰਤਿਤ ਹਾਂ। ਅਜ਼ਰਾਈਲ ਕਹਿੰਦਾ ਕਿ ਤੂੰ ਮਰਨਾ ਇੱਥੇ ਹੈ ਤੇ ਕਿੰਨੇ 100 ਮੀਲ ਦੂਰ ਬੈਠਾ ਹੈ, ਇੱਥੇ ਕਿਵੇਂ ਆਏਗਾ, ਇੱਥੇ ਕਿਵੇਂ ਪਹੁੰਚੇਗਾ ਸਮੇਂ ਸਿਰ, ਮੈਂ ਆਪਣਾ ਕੰਮ ਕਿਵੇਂ ਪੂਰਾ ਕਰਾਂਗਾ। ਪਰ ਕਮਾਲ ਹੈ ਉਸ ਖੁਦਾ ਦੀ ਕੁਦਰਤ, ਜਿਹਨੇ ਜਿੱਥੇ ਆ ਕੇ ਮਰਨਾ ਹੈ ਉਹਨੇ ਮਰਨਾ ਹੈ। ਕਹਿੰਦੇ ਤੂੰ ਸੋਚਦਾ ਸੀ ਮੈਂ ਇੰਨੇ ਮੀਲ ਭੱਜਾਂਗਾ, ਉਹ ਕਹਿੰਦਾ ਸਭ ਕੁਛ ਨੀਅਤ ਹੈ, ਫਿਰ ਕੀ ਕਰੀਏ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਕੁਝ ਕਰਨਾ ਹੈ ਤੇ ਇੱਕ ਕੰਮ ਕਰੋ, ਜਿਹੜੀ ਮਾਇਆ ਦਾ ਰੰਗ ਹੈ ਉਹ ਸਾਨੂੰ ਅਜ਼ਰਾਈਲ ਫਰਿਸ਼ਤੇ ਵੱਲ ਹੀ ਲੈ ਕੇ ਜਾਏਗਾ। ਜਿਹੜਾ ਖੁਦਾ ਦੇ ਨਾਮ ਦੇ ਬੰਦਗੀ ਦਾ ਰੰਗ ਹੈ ਉਹ ਸਾਨੂੰ ਪਾਰ ਬ੍ਰਹਮ ਪਰਮੇਸ਼ਵਰਾਂ ਦੇ ਚਰਨਾਂ ਵਿੱਚ ਜੋੜੇਗਾ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ। ਲੱਭ ਦਾ ਜਿਹੜਾ ਰੰਗ ਹੈ ਨਾ, ਲੋਭ ਦਾ, ਬਾਬਰ ਨੂੰ ਤੇ ਉਹੀ ਚੜਿਆ ਸੀ। ਹੈ ਕੋਈ ਬਾਬਰ ਦਾ ਖੁਰਾ ਖੋਜ, ਮੈਨੂੰ ਦੱਸ ਦਿਓ ਕਿੱਥੇ ਕੋਈ ਨਿਸ਼ਾਨੀ ਹੈ ਬਾਬਰ ਦੀ। ਹਿਮਾਯੂ ਨੂੰ ਵੀ ਇਹੀ ਰੰਗ ਚੜਿਆ ਸੀ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸਨਮੁਖ ਆਪਣੀ ਸ਼ਮਸ਼ੀਰ ਕੱਢ ਕੇ ਡਰਾਉਂਦਾ ਹੈ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਹੈ ਹਿਮਾਯੂ, ਸ਼ੇਰ ਸ਼ਾਹ ਸੂਰੀ ਅੱਗੇ ਤੇਰੀ ਇੱਕ ਸ਼ਮਸ਼ੀਰ ਖੁੰਡੀ ਪੈ ਗਈ, ਹੁਣ ਤੂੰ ਫਕੀਰਾਂ ਨੂੰ ਕੀ ਡਰਾਉਣਾ, ਫਕੀਰ ਡਰਦੇ ਨਹੀਂ, ਚਲਾ ਜਾ ਇੱਥੋਂ। ਸਮਾਂ ਆਇਆ ਅਕਬਰ ਦਾ, ਅਕਬਰ ਨੇ ਜਿੱਥੇ ਭਲੇ ਕੀਤੇ ਉਹਨੇ ਧੱਕੇ ਵੀ ਕੀਤੇ। ਸਮਾਂ ਆਇਆ ਅਕਬਰ ਤੋਂ ਬਾਅਦ ਜਹਾਂਗੀਰ ਦਾ, ਸ਼ਾਹਜਹਾਂ, ਜਹਾਂਗੀਰ, ਇਹ ਸਾਰੇ ਨੇਸਤੋ ਨਾਬੂਦ ਹੋ ਗਏ। ਜਾ ਕੇ ਦੇਖੋ ਅੱਜ ਲਾਲ ਕਿਲੇ ਦੀ ਧਰਤੀ ਤੇ, ਲਾਲ ਕਿਲਾ ਕੰਧਾਂ ਹੀ ਨੇ ਜੀ, 3 ਹੀ ਇਮਾਰਤਾਂ ਨੇ, ਸਿਰਫ ਅੰਦਰ 3 ਹੀ ਇਮਾਰਤਾਂ ਨੇ। ਇੱਕ ਦੀਵਾਨੇ ਆਮ, ਦੂਸਰਾ ਦੀਵਾਨੇ ਖਾਸ ਤੇ ਤੀਸਰਾ ਉਹਨਾਂ ਦਾ ਹਮਾਮ, ਜਿੱਥੇ ਉਹ ਨਹਾਉਂਦੇ ਸੀ। ਬਸ 3 ਹੀ ਇਮਾਰਤਾਂ ਨੇ, ਦੇਖਣ ਨੂੰ ਕੰਧਾਂ ਹੀ ਨੇ ਬਸ। ਦੀਵਾਨੇ ਖਾਸ ਵੀ ਸੂੰਘਾਂ ਪਿਆ, ਕੋਈ ਨਹੀਂ ਉੱਥੇ, ਕਬੂਤਰਾਂ ਦੀਆਂ ਬਿੱਠਾਂ ਨੇ, ਬਸ ਸਾਫ਼ ਕਰ ਦਿੰਦੇ ਆ ਉੱਥੇ ਰੋਜ਼। ਦੀਵਾਨੇ ਆਮ ਜਿਹੜਾ ਹੈ, ਜਿੱਥੇ ਬੈਠ ਕੇ ਨਜ਼ਰਾਨੇ ਲਏ ਜਾਂਦੇ ਸੀ, ਜਿੱਥੇ ਬੈਠ ਕੇ ਜਹਾਂਗੀਰ ਵਰਗੇ, ਔਰੰਗਜ਼ੇਬ ਵਰਗੇ ਫੈਸਲੇ ਲੈਂਦੇ ਸੀ, ਉਹਦੀ ਸ਼ੋਭਾ ਸਾਰੀ ਖੁੰਝੀ ਗਈ। ਕਿਉਂ? ਕਿਉਂਕਿ ਜੱਸਾ ਸਿੰਘ ਹੋਰਾਂ ਨੇ, ਬਘੇਲ ਸਿੰਘ ਹੋਰਾਂ ਨੇ ਦੀਵਾਨੇ ਆਮ ਦੇ ਉੱਤੇ ਜਿਹੜੀ ਸਿੱਲ ਲੱਗੀ ਸੀ ਉਹ ਪੱਟ ਕੇ ਹਾਥੀ ਦੇ ਪਿੱਛੇ ਬੰਨ ਕੇ ਲੈ ਗਏ, ਖੇਰੂ ਖੇਰੂ ਕਰਤਾ ਦੀਵਾਨੇ ਆਮ। ਤੇ ਕਿੱਥੇ ਜਾ ਕੇ ਸੁਸ਼ੋਭਿਤ ਕੀਤਾ? ਅਕਾਲ ਤਖਤ ਸਾਹਿਬ ਦਾ ਜਿਹੜਾ ਥੜਾ ਹੈ ਉਹ ਹੈ 12 ਫੁੱਟ ਦਾ। ਅਕਾਲ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਰਾਮਗੜੀਆ ਬੁੰਗਾ ਹੈ, ਸਰੋਵਰ ਦੇ ਪਰਲੇ ਪਾਸੇ। ਰਾਮਗੜੀਏ ਬੁੰਗੇ ਦੀ ਉਚਾਈ ਹੈ 10 ਫੁੱਟ। ਉਸ ਵੇਲੇ ਸਿੱਖਾਂ ਨੇ ਕਿਹਾ ਕਿ ਅਕਾਲ ਤਖਤ 12 ਫੁੱਟ ਦਾ ਤੇ 12 ਫੁੱਟ ਦੇ ਥੱਲੇ 10 ਫੁੱਟ। ਅਕਾਲ ਤਖਤ ਉੱਚਾ ਹੋਏਗਾ ਤੇ ਦਿੱਲੀ ਦਾ ਤਖਤ ਉਹਦੇ ਸਾਹਮਣੇ ਨੀਵਾਂ ਹੋਏਗਾ। ਉਸ ਨੀਵੇਂ ਤਖਤ ਦੇ ਉੱਤੇ ਉਹ ਜਿਹੜੀ ਸਿੱਲ ਪੁੱਟੀ ਸੀ ਦੀਵਾਨੇ ਆਮ ਤੋਂ, ਲਾਲ ਕਿਲੇ ਤੋਂ, ਉਹ ਪੁੱਟ ਕੇ ਅਕਾਲ ਤਖਤ ਸਾਹਿਬ ਦੀ ਗੁਲਾਮੀ ਦੇ ਅੱਗੇ ਰੱਖਤੀ ਕਿ ਦਿੱਲੀ ਦਾ ਤਖਤ ਵੀ ਅਕਾਲ ਤਖਤ ਨੂੰ ਸਲਾਮ ਕਰ ਰਿਹਾ। ਉਹ ਰਹਿੰਦੀ ਧਰਤੀ ਤੱਕ ਉਹ ਸਿੱਲ ਹੁਣ ਕੋਈ ਨਹੀਂ ਲਿਜਾ ਸਕਦਾ। ਅੱਜ ਵੀ ਦੇਖਿਓ ਰਾਮਗੜੀਏ ਬੁੰਗੇ ਦੇ ਵਿੱਚ
उस थां ते दिल्ली लाल किले की दीवाने आम की सिल पई है, पर वह भी अकाल तख्त नूं सिजदा कर रही है। ਉਹਦੀ शोभा भी गई। कौन जांदा है अज? मौत का साया है, सन्नाटा है। जिथे बाबर आया, जिथे जहांगीर आया, डर लगता है उन्हां थावां ते जाके। ग्वालियर के किले दे विच इन्ना बंदा खौफजदा हो जाता है कि इत्थों निकलीए हुण, बस निकलीए हुण इत्थों। पर सच्चे पातशाह दे थावां ते जाके देखो, हिंद में एक ही तीर्थ है यात्रा के लिए, कटाए बाप ने बच्चे जहां खुदा के लिए। दुनिया दे लोग सिजदा करनगे। आ रहा दिसंबर का महीना, पो दा महीना आ रहा। अज जिन्हां ने गुरु तेग बहादुर साहब दे उत्ते, ਸਿੰਘਾਂ दे उत्ते धक्के कीते, किदे करके? यह तन माया पाया प्यारे लीतड़ा लब रंगाए। लोभ रस दे विच ओही सामने लाल किला है जिदे वल कोई मूँह नहीं करता, ओही लाल किला है जिदे अंदर मौत का सन्नाटा है। उस तो ही सिर्फ 100 कदमां की दूरी ते धन गुरु तेग बहादुर साहब जी का सीस गंज है, ते दुनिया के सीस धन गुरु तेग बहादुर साहब के उस स्थान ते झुकते हैं। ते उत्थे जाके कोई थुकदा भी नहीं, मैनू लफ्ज़ वरतन दिओ। उत्थे कन्नां ते लिखिया होया यहाँ थूकना मना है। दुनिया के लोग थुकते हैं उन्हां कन्नां ते। सच्चाई है, क्योंकि जिथे बंदगी करने वाले दा एक तुबका डिग जाएगा, उत्थे दुनिया के लोग सीस झुकाउणगे। याद रखियो, गुरु तेग बहादुर साहब दा जिथे सीस कटिया गया, जिथे शहादत दिती गई है, जिथे धड़ नालों वखरा किया, कला वो सीस गंज नहीं है। गुरु तेग बहादुर साहब दा जिथों जिथों सीस लंघ के गया, आनंदपुर साहब की धरती तक सारी धरती ते सीस गंज ही बनाते। दिल्ली तो लैके की अंबाला, की अंबाले तो अगे जिन्ने थां तुसी देख लो, जिथे जिथे भाई जैता जी गुरु तेग बहादुर साहब का सीस लैके गए ने, जिथे रात रुके ने, जिन्नियां रातां रुके ने, उथे धन गुरु तेग बहादुर साहब का स्थान सीस गंज ही है। पर कौन पुछदा है उन्होंने जिन्हां दा लोभ रस दे अंदर, जिन्हां दा माया रस दे अंदर धक्का करदा सी। महाराज अज साडी अंदर दी औरंगजेब बिरती नूं समझाउंदे आ, गुरु के सिखो, बाहरों भेख ते भावें सी गुरु वाला दसिया होया कीता, पर अंदर दी बिरती यह तन माया पाया प्यारे। पा चढ़ा ली है माया दी। कपड़े दे उत्ते रंग चढ़ाउण तो पहला ना एक पा चढ़ाई जाती है, जिहड़ा ललारी हुंदा है, ताकि रंग पक्का चढ़ जाए। महाराज कहते साडे अंदर माया दी ऐसी पा चढ़ी हुई है कि रब दा रंग कित्थों चढ़ेगा। मूँह तो असीं कहने हा हा हा, वाह वाह वाह, वाहिगुरू वाहिगुरू, पर अंदर माया दी ऐसी पा चढ़ी हुई है, मन नहीं मन के रासी। मन उत्थे ही भजदा है, क्योंकि लीतड़ा लब रंगाए मेरा कंत ना भावै, चोलड़ा प्यारे क्यों तन सिजै जाए। ये तन प्रवान नहीं है, ये मन प्रवान नहीं है। धन गुरु गोबिंद सिंह महाराज जी दे इन्ने थां ने इस धरती ते दिल्ली दा मोती बाग साहब ये गवाइयां भर के कहंदा है कि इत्थे चोजी प्रीतम ने बाल आचारगी दरमिया आमदन, बा तदबीरे तीरो तुफंग आमदन। कहंदे घोड़ियां दी रफ्तार एक पासे है, गुरु गोबिंद सिंह दा तीर घोड़ियां दी रफ्तार तो भी तेज पहला कहंदे औरंगजेब दे लाल किले तक पहुंच गया। चिट्ठी भी की पहुंचनी सी, गुरु साहब ने सीधा तीर चलाया, ते औरंगजेब जिस मंजे ते बहिंदा सी उस मंजे च जाके गुरु गोबिंद सिंह साहब महाराज जी का तीर वजिया। धन गुरु गोबिंद सिंह साहब महाराज जी दियां जिहड़ियां ये चोजी प्रीतम दियां बख्शिशां ने ना, अज गुरु गोबिंद सिंह साहब दे रोपड़ दे विच ऐसे थां ने, भट्ठा साहब गुरुद्वारा है, जिथे गुरु गोबिंद सिंह साहब दे घोड़ियां दे पैर छपे हुए ने सिर्फ, ते दुनिया के लोग उत्थे सिजदा करते हैं। औरंगजेब की कबर के उत्ते आके कोई एक टका नहीं कोई आके उत्थे दीवा बालन नूं राजी। औरंगाबाद जिस वेले औरंगजेब मरिया, जिस फकीर की मजार दे नाल औरंगजेब की कबर बनाउणी सी ना, ते जिस उस फकीर की मजार की जिहड़ी राखी करते सन, उन्होंने कहा, कहते फकीर मरन तो पहले कह के गया सी
कि दुनिया के किसी भी बंदे की इत्थे कबर बना लो पर औरंगजेब की कबर इत्थे नहीं बन सकेगी। उन्होंने चिट्ठी दिखाई औरंगजेब का, कहते इस्लाम दे विच आखिरी जिहड़ी, क्योंकि हर एक नूं मरण तो पहला एक आखिरी ख्वाहिश पूछी जाती, अज भी जिहड़ी ये आखिरी ख्वाहिश का सिलसिला है ना, वो इस्लाम तो ही आया होया है कि आखिरी ख्वाहिश की है। ये आखिरी ख्वाहिश वो लिख के गया अपनी 16 ख्वाहिशों विचों कि इहदे मरण तो बाद इहदी जिहड़ी कबर है वो इस थां ते होएगी। ते उत्थे राखी करन वाले कहंदे कहंदे आ जिहड़ा दरवाज़ा है ना इस थां दा, पीरां दी मजार दा, कहंदे इस दरवाजे तो बाहर हो जाओ। कहंदे साडे पक्की फकीर दी भी फिर आखिरी ख्वाहिश पढ़ लो, तेरे औरंगजेब की आखिरी ख्वाहिश बाद च है, साडा फकीर पहला कह के गया है कि इस मजार की सरदल ते भी औरंगजेब की लाश नहीं आएगी। कहंदे फिर कित्थे दफन करिए? कहंदे इस सरदल तो बाहर सारा थां है, इस थां तो बाहर जिथे मर्जी दफन कर दो। ते पीर की मजार वखरी है, पीर की मजार तो बाहर औरंगाबाद दे विच औरंगजेब की कबर लगाई गई है। ते अज उत्थे जिहड़ा बंदा बैठदा है एक एक 2-2 रुपए इकट्ठा करता है, क्यों? कहते दीवे बालन वास्ते मैनू पैसे दे जाओ। ये हाल है। पर धन गुरु गोबिंद सिंह साहब के स्थाना की शोभा देखो, लखां करोड़ां रुपए दे ते शमियाने चढ़ते ने गुरु गोबिंद सिंह महाराज धन गुरु रामदास जी के थावां ते। ये कोई इनू ढकोसला या होर पासे ना लै जिओ, ये सिखां दी अमीरी दी निशानी है और ये अमीरी दी निशानी रहेगी। ये तो साड़ी माड़ी बिरती आ गई कि ये क्यों। महाराजा रणजीत सिंह कोल कोई महंगी चीज़ आउंदी सी ना, कहंदी सी जिवें सुच्चे हथ आई है उवें सुच्चे हथ गुरु रामदास दे थां ते लै जाओ, इस दरबार च रखियो भी ना। भावें वो शमियाना है, भावें वो कोई नूर हीरा है, ते भावें उथे जिहड़ा शमियान दी सोने दी हीरियां दी जड़ी हुई चांदनी है। महाराजा रणजीत सिंह कहंदे इत्थों तक एक सेरा नौ निहाल दे विआह वास्ते बनवाया, सेरा इन्ना महंगा ते सोना बनया, कहंदे कहंदे खबरदार कोई इनू हथ लाए, ये इन्ना सोहना सेरा है, गुरु रामदास के दरबार च दे के आओ, इहदे लई होर बनाओ, पर ऐसा बनाओ कि इस तो सोना बन भी ना सके। ते कारीगर जिहड़े सन कहंदे हुण इस तो सोना ते कोई बना भी नहीं सकता। एक पीर मुसलमान फकीर मक्के तो 100 तारां तो भी वध, 1000 तारां दे तो थोड़ा जा घट, उन्हें एक एक तार एक एक चंदन के रुख दे विचों वो कढ़ के उन्हें चौर सा बनाया। महाराजा रणजीत सिंह नूं दे के आया कि चंदन का चौर ले आया। महाराजा रणजीत सिंह कहंदा ये मेरे उत्ते नहीं, ये उस बादशाहां दे सिर दे उत्ते झुलेगा जिन्हां ने मेरे वर्गे तुच्छ नूं बनाया। कहंदे गुरु रामदास जी दे भावें तोशा खाना लुटिया गया, पर अज भी तोशे खाने दे विच जो अमीरी है ना सिखां कोल, धरती दे किसे थां दे उत्ते नहीं है। ताइयों कहंदे डिठे सभे थां नहीं तुद जिया, इसलिए है क्योंकि इत्थे जिहड़ा सिद्धांत है ये माया वाला सिद्धांत नहीं है, लोभ वाला सिद्धांत नहीं है। पर गुरु के सिखो जे अज भी असी बहुते अमीर ते हो गए हैं, तां भी असी गुरु रामदास, धन गुरु गोबिंद सिंह साहब, धन गुरु ग्रंथ साहब जी के नाम ते एक पैसा नहीं कढ़ के राजी, मेरा है मेरा है मेरा है। याद रखियो ये निस्तो नाबूद होएगा। जिहड़ा इनू भले वास्ते लाएगा ना, हाँ कुर्बाना जाऊं मेहरबाना, हाँ कुर्बाना जाऊं, हाँ कुर्बाना जाऊं तिना कह, लैण जो तेरा नाव, लैण जो तेरा नाव तिना कह, हाँ सद कुर्बाना जाऊं। ये दिता किन्ने है? मेरे खसम मेरे सच्चे पातशाह धन गुरु ग्रंथ साहब जी, दिता तुसी है। ते फिर ये दिता तुसी, ते फिर मैं ये आनड़िए मानड़ा काय करे, आपनड़े घर हर रंगो की ना माने, शहो नेड़े धन कमलिए बाहर क्या ढूंढे, पैकियां दे सलाइयां नैनी भाव का कर शिंगारो। यही महाराज जी ने क्या, भाओ तेरा भांग खलड़ी मेरा चीत, उस तो उत्ते कोई नहीं। ते जेड़ा इस रूप च चलेगा, फिर महाराज जी कहते काया रंगण जे थी है प्यारे, पाई है नाव मजीठ। जेड़ा कह देगा ना कि प्रभु तुहाडा ही है, मैं अवगुण हाँ, तुसी कबीर हो, हक्का करीम हो, बेऐब हो, परवतगार हो,
ਤੇ ਮੈਂ ਕੌਣ ਆ? ਬਦਬਖਤ ਹਮ ਚੂੰ ਬਖੀਲ ਗਾਫਲ ਬੇਨਜ਼ਰ ਬੇਬਾਕ ਮੈਂ ਇਹ ਆ। ਮਹਾਰਾਜ ਕਹਿੰਦੇ ਫਿਰ ਉਹ ਰੰਗੇਗਾ। ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ। ਇਸ ਤੋਂ ਪਹਿਲਾਂ ਫਿਰ ਇਹੋ ਜਿਹਾ ਰੰਗ ਨਹੀਂ ਦੇਖਿਆ ਹੋਏਗਾ। ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ। ਜਿਹਦੇ ਅੰਦਰ ਇਹ ਭਾਵਨਾ ਹੈ ਨਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਫਿਰ ਉਹਦੇ ਚੋਲੇ ਰੰਗੇ ਗਏ ਸਮਝੋ। ਜਿਹਦੇ ਅੰਦਰ ਇਹ ਭਾਵਨਾ ਆ ਗਈ ਕਿ ਸਤਿਗੁਰੂ ਨੇ ਮੈਨੂੰ ਦਿੱਤਾ, ਥੋੜਾ ਇਹਦੇ ਵਿੱਚੋਂ ਮੈਂ ਜ਼ਰੂਰ ਵੰਡ ਕੇ ਛਕਾਂ। ਜੇ ਕਿਸੇ ਨੂੰ ਦੁਖੀਏ ਦਰਦਵੰਤ ਨੂੰ ਦੇਖਦਾ ਪਰ ਮੇਰਾ ਮਨ ਅੰਦਰੋਂ ਪਸੀਜਿਆ ਜਾਏ, ਇਹ ਰੰਗ ਹੈ। ਤੇ ਫਿਰ ਸਤਿਗੁਰੂ ਜੀ ਕਹਿੰਦੇ ਜਿਹਦੇ ਅੰਦਰ ਇਹ ਰੰਗ ਚਲੇਗਾ, ਧੂੜ ਤਿਨਾ ਕੀ ਜੇ ਮਿਲਿਆ ਜੀ ਕਹੋ ਨਾਨਕ ਕੀ। ਅਸੀਂ ਤੇ ਸਿਰਫ ਉਹਨਾਂ ਪਤਵੰਤਿਆਂ ਦੀ, ਉਹਨਾਂ ਬ੍ਰਹਮ ਗਿਆਨੀਆਂ ਦੀ ਧੂੜ ਲੋਚਦੇ ਹਾਂ ਜਿਨ੍ਹਾਂ ਦੇ ਅੰਦਰ ਇਹ ਭਾਵਨਾ ਹੈ। ਪਰ ਉਹ ਆਪੇ ਨਹੀਂ ਬਣੇ, ਬਣਾਉਣ ਵਾਲਾ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ। ਨਾਨਕ ਕਾਮਣ ਕੰਤੇ ਭਾਵੈ ਆਪੇ ਹੀ ਰਾਵੇ। ਤੇ ਧੰਨ ਗੁਰੂ ਅਰਜਨ ਸਾਹਿਬ ਜੀ ਤਿਲੰਗ ਰਾਗ ਦੇ ਸ਼ਬਦ ਵਿੱਚ ਕਹਿੰਦੇ ਹੈ, ਹਵਾਲ ਮਾਲੂਮ ਕਰਦੰ ਪਾਕ ਅੱਲਾਹ। ਕਹਿੰਦੇ ਕਿਸੇ ਨੂੰ ਦੱਸਣ ਦੀ ਲੋੜ ਵੀ ਨਹੀਂ ਹੁੰਦੀ। ਜੇ ਮਨ ਦੇ ਅੰਦਰ ਸੋਚ ਲਿਆ ਨਾ ਕਿ ਇਹ ਸੇਵਾ ਕਰਨੀ ਹੈ, ਕਹਿੰਦੇ ਉਸੇ ਦਿਨ ਰੱਬ ਨੇ ਤੁਹਾਨੂੰ ਭਾਗ ਲਾ ਦੇਣੇ। ਗੁਰੂ ਅਰਜਨ ਸਾਹਿਬ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ। ਜਿਸ ਦਿਨ ਸੋਚ ਲਿਆ ਕਿ ਇਹ ਸੇਵਾ ਕਰਨੀ ਹੈ, ਭਾਵੇਂ ਜਦ ਮਰਜ਼ੀ ਕਰੀਏ, ਮਨ ਤੋਂ ਕਹਿਤਾ। ਹਵਾਲ, ਹਵਾਲ ਕਹਿੰਦੇ ਹਾਲ। ਹਵਾਲ ਮਾਲੂਮ ਕਰਦੰ ਪਾਕ ਅੱਲਾਹ। ਅੱਲਾਹ ਪਾਕ ਸਭ ਕੁਝ ਜਾਣਦਾ ਹੈ। ਬੁਗੋ ਨਾਨਕ ਅਰਦਾਸ ਪੇਸ਼ ਦਰਵੇਸ਼ ਬੰਦਾ। ਇੱਕ ਸੰਗਤ, ਦਰਵੇਸ਼ੀਆਂ ਦੀ ਸੰਗਤ, ਤੇ ਦੂਸਰਾ ਸੇਵਾ। ਇਹ ਸਿੱਖ ਦਾ ਕਰਮ ਹੋਏ ਜਿਹੜਾ ਅੰਦਰ ਕੀਮਤੀ ਨਾਮ ਦਾ ਰੰਗ ਚਾੜਦਾ। ਨਹੀਂ ਤੇ ਸਤਿਗੁਰੂ ਜੀ ਕਹਿੰਦੇ ਇੱਥੇ ਲੁੱਟਣ ਵਾਲੇ ਆਏ ਤੇ ਇੱਥੋਂ ਲੁੱਟ ਕੇ ਹੀ ਗਏ ਨੇ, ਤੇ ਆਪ ਵੀ ਲੁੱਟੇ ਗਏ ਨੇ। ਜਿਹੜੇ ਇੱਥੇ ਦੇਣ ਵਾਸਤੇ ਆਏ ਉਹ ਸਦਾ ਹੀ ਇੱਥੇ ਪੂਜੇ ਜਾਣਗੇ। ਸਤਿਗੁਰੂ ਜੀ ਭਲੀ ਕਰਨ। ਸਾਡੀਆਂ ਸਥਾਵਾਂ 'ਤੇ ਹੋਰ ਵੀ ਸੇਵਾਵਾਂ ਨੇ, ਜਿਸ ਤਰ੍ਹਾਂ ਡਾਇਲਸਿਸ ਸੈਂਟਰ ਹੈ, ਡਿਸਪੈਂਸਰੀ ਹੈ। ਤਕਰੀਬਨ 1 ਅਕਤੂਬਰ 2019 ਤੋਂ ਮੁਫਤ ਦਵਾਈਆਂ ਇੱਥੇ ਦਿੱਤੀਆਂ ਜਾ ਰਹੀਆਂ ਨੇ। 1 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਜਦ ਇੱਥੇ ਮੁਫਤ ਦਵਾਈਆਂ ਦਾ ਕਨਸੈਪਟ ਸ਼ੁਰੂ ਕੀਤਾ ਸੀ। ਉਹ ਵੀ ਸੇਵਾਵਾਂ ਹੈਗੀਆਂ। ਇਸ ਤੋਂ ਇਲਾਵਾ ਡਾਇਲਸਿਸ ਸੈਂਟਰ ਹੈ, ਐਲਕਲਾਈਨ ਵਾਟਰ ਦੀ ਸੇਵਾ ਹੈ। ਕਿੰਨੀ ਕੁ ਤਰ੍ਹਾਂ ਦੀਆਂ ਅੱਗੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੀ ਵੀ ਪਲੈਨਿੰਗ ਚੱਲ ਰਹੀ ਹੈ, ਬਿਲਡਿੰਗਸ ਬਣ ਰਹੀਆਂ ਨੇ। ਥੋੜ੍ਹਾ ਥੋੜ੍ਹਾ ਤੁਸੀਂ ਸੇਵਾਵਾਂ ਦਿਓ। ਧਿਆਨ ਰੱਖੋ, ਇਹ ਤੁਹਾਡੀ ਥਾਂ ਹੈ, ਇਹ ਤੁਹਾਡਾ ਹੀ ਘਰ ਹੈ। ਗੁਰੂ ਘਰ ਗੁਰੂ ਕੀ ਸੰਗਤ ਦਾ ਹੁੰਦਾ। ਤੁਰ ਕੇ ਜਾਓ ਸਾਰੀਆਂ ਥਾਵਾਂ 'ਤੇ, ਦੇਖੋ ਕਿਹੜੇ ਪ੍ਰਬੰਧ ਚੱਲ ਰਹੇ ਆ। ਆਪਣੇ ਚਰਨ ਸਿਰਫ ਇੱਥੇ ਨਾ ਪਾਓ, ਉਹਨਾਂ ਥਾਵਾਂ 'ਤੇ ਵੀ ਚਰਨ ਪਾਓ ਜਿੱਥੇ ਜਿੱਥੇ ਇਹਨਾਂ ਦੂਰੋਂ ਦੂਰੋਂ ਆ ਕੇ ਲੋਕ ਇਲਾਜ ਕਰਾ ਰਹੇ ਨੇ, ਉੱਥੇ ਵੀ ਬਰਕਤਾਂ ਪਾਓ। ਸਤਿਗੁਰੂ ਜੀ ਭਲੀ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੈ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੈ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ।
ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤਾਂ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪਦ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰੂ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸ਼ਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ। ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੀ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੇ ਨਾਮ ਤੇ ਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ।